ਪਿਆਰੇ ਦੋਸਤੋ, ਤੁਹਾਡਾ ਸਭ ਦਾ ਫਿਲਾਸਫਰ ਸਟੋਨ ਦੇ ਇਸ ਚੈਨਲ 'ਤੇ ਸਵਾਗਤ ਹੈ। ਆਸ ਹੈ ਤੁਸੀਂ ਸਭ ਨੇ ਇਹ ਚੈਨਲ ਸਬਸਕ੍ਰਾਈਬ ਕਰ ਲਿਆ ਹੋਵੇਗਾ। ਇਹ ਪੰਜਾਬੀ ਦੇ ਵਿੱਚ ਗਿਆਨ ਵਿਗਿਆਨ ਦਾ ਪਹਿਲਾ ਇੱਕੋ ਇੱਕ ਚੈਨਲ ਹੈ, ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਵਿਚਾਰ ਕਰਨੀ ਸ਼ੁਰੂ ਕਰ ਰਹੇ ਹਾਂ, ਇਹਦੇ ਉੱਤੇ 5-6 ਵੀਡੀਓ ਅਸੀਂ ਬਣਾਵਾਂਗੇ। ਇਹ ਵਿਸ਼ਾ ਹੈ ਬਾਇਓ ਐਥਿਕਸ ਦਾ। ਇਹ ਫਿਲਾਸਫੀ ਦਾ ਵਿਸ਼ਾ ਹੈ ਔਰ ਇਹਦਾ ਸੰਬੰਧ ਐਥਿਕਸ ਨਾਲ ਹੈ, ਔਰ ਖਾਸ ਕਰਕੇ ਇਹਦਾ ਸੰਬੰਧ ਮੈਡੀਕਲ ਐਥਿਕਸ ਦੇ ਨਾਲ ਹੈ, ਜਿਹਨੂੰ ਅਸੀਂ ਪੰਜਾਬੀ 'ਚ ਡਾਕਟਰੀ ਨੈਤਿਕਤਾ ਕਹਿ ਸਕਦੇ ਹਾਂ। ਡਾਕਟਰੀ ਨੈਤਿਕਤਾ ਦੇ ਵਿੱਚ ਬਹੁਤ ਸਾਰੇ ਵਿਸ਼ੇ ਜਿਹੜੇ ਨੇ ਅਸੀਂ 1 ਬਾਈ 1 ਜਿਹੜੇ ਨੇ ਅਗਲੀਆਂ ਵੀਡੀਓਜ਼ ਦੇ ਵਿੱਚ ਲਵਾਂਗੇ। ਅੱਜ ਜਿਹੜਾ ਅਸੀਂ ਵਿਸ਼ਾ ਡਾਕਟਰੀ ਨੈਤਿਕਤਾ ਦਾ ਲੈ ਰਹੇ ਹਾਂ, ਉਹਦਾ ਇੰਗਲਿਸ਼ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਯੂਥਨੇਸ਼ੀਆ। ਯੂਥਨੇਸ਼ੀਆ ਸ਼ਬਦ ਜਿਹੜਾ ਹੈ, ਇਹਦਾ ਭਾਵ ਉਹੀ ਹੈ ਜਿਹੜਾ ਅਸੀਂ ਆਮ ਸ਼ਬਦਾਂ ਦੇ ਵਿੱਚ ਕਈ ਵਾਰੀ ਵਰਤਦੇ ਹਾਂ, ਮਰਸੀ ਕਿਲਿੰਗ। ਮਰਸੀ ਕਿਲਿੰਗ ਜਾਂ ਯੂਥਨੇਸ਼ੀਆ ਕੀ ਹੁੰਦਾ ਹੈ ਕਿ ਜੇ ਮੰਨ ਲਓ ਕਿਸੇ ਰੋਗੀ ਨੂੰ ਕੋਈ ਲਾਇਲਾਜ ਬਿਮਾਰੀ ਲੱਗ ਗਈ ਹੈ ਤੇ ਉਹਦਾ ਇਲਾਜ ਹੀ ਨਹੀਂ ਹੈਗਾ, ਪਰੰਤੂ ਡਾਕਟਰ ਕੀ ਕਰਦੇ ਨੇ ਹਸਪਤਾਲਾਂ ਦੇ ਵਿੱਚ ਕਿ ਔੜ ਪੌੜ ਕਰਕੇ ਤੇ ਮਰੀਜ਼ ਦੀ ਜਿਹੜੀ ਜਾਨ ਹੈ ਦੇਰ ਤੱਕ ਬਚਾਈ ਰੱਖਦੇ ਨੇ, ਪਰੰਤੂ ਅਖੀਰ ਜਿਹੜਾ ਉਹਦਾ ਅੰਜਾਮ ਹੈ ਉਹ ਹੀ ਹੁੰਦਾ ਹੈ ਕਿ ਪੇਸ਼ੈਂਟ ਨਹੀਂ ਬਚਦਾ ਤੇ ਪੇਸ਼ੈਂਟ ਮਰ ਜਾਂਦਾ ਹੈ। ਹੁੰਦਾ ਕੀ ਹੈ ਅਸਲ ਵਿੱਚ ਕਿ ਪੇਸ਼ੈਂਟ ਦੀ ਏਜ ਜਿਹੜੀ ਹੈ ਵੱਧ ਜਾਂਦੀ ਹੈ ਜਾਂ ਸਾਹ ਤੇ ਉਹ ਲਈ ਜਾਂਦਾ ਹੈ, ਪਰੰਤੂ ਉਹਦੀ ਤਕਲੀਫ ਜਿਹੜੀ ਰੋਗ ਦੀ ਹੈ ਉਹ ਇੰਨੀ ਜ਼ਿਆਦਾ ਹੁੰਦੀ ਹੈ ਕਿ ਪੇਸ਼ੈਂਟ ਇੱਕ ਸਟੇਜ ਅਜਿਹੀ ਆ ਜਾਂਦੀ ਹੈ ਕਿ ਪੇਸ਼ੈਂਟ ਇਸ ਤਰ੍ਹਾਂ ਸੋਚਦਾ ਹੈ ਕਿ ਇਸ ਜੀਵਨ ਨਾਲੋਂ ਤਾਂ ਮੈਂ ਮਰ ਜਾਵਾਂ ਤੇ ਉਹ ਬੈਟਰ ਹੈ। ਤੇ ਕਈ ਵਾਰੀ ਜਿਹੜਾ ਪੇਸ਼ੈਂਟ ਦੇ ਪਰਿਵਾਰ ਵਾਲੇ ਨੇ, ਉਹਨਾਂ ਲਈ ਇਹ ਦਿੱਕਤ ਬਣ ਜਾਂਦੀ ਹੈ ਕਿ ਪੇਸ਼ੈਂਟ ਨੇ ਠੀਕ ਤਾਂ ਹੋਣਾ ਨਹੀਂ, ਕਿਉਂਕਿ ਇਲਾਜ ਹੀ ਨਹੀਂ ਜਿਹੜਾ ਰੋਗ ਉਹਨੂੰ ਲੱਗਾ ਹੋਇਆ। ਮੰਨ ਲਓ ਕੋਈ ਖਾਸ ਤਰ੍ਹਾਂ ਦਾ ਕੈਂਸਰ ਹੈ, ਵੈਸੇ ਤਾਂ ਹੁਣ ਕੈਂਸਰ ਦੇ ਵੀ ਬਹੁਤ ਸਾਰੇ ਇਲਾਜ ਨਿਕਲ ਆਏ ਨੇ, ਹਾਲਾਂਕਿ ਬੜੇ ਮਹਿੰਗੇ ਇਲਾਜ ਨੇ, ਉਹ ਆਮ ਬੰਦਾ ਉਹ ਇਲਾਜ ਨਹੀਂ ਕਰਵਾ ਸਕਦਾ। ਤੇ ਕਈ ਵਾਰੀ ਪੇਸ਼ੈਂਟ ਦੇ ਜਿਹੜੇ ਘਰ ਵਾਲੇ ਨੇ, ਸਾਂਭ ਸੰਭਾਲ ਕਰਨ ਵਾਲੇ ਨੇ, ਉਹ ਇਹ ਸੋਚਦੇ ਨੇ ਕਿ ਪੇਸ਼ੈਂਟ ਨੇ ਤੇ ਬਚਣਾ ਨਹੀਂ, ਔਰ ਇਹ ਦੁੱਖ ਵੀ ਬੜਾ ਪਾ ਰਿਹਾ, ਤੇ ਇਹਦੇ ਉੱਤੇ ਘਰ ਵੀ ਸਾਡਾ ਸਾਰਾ ਉੱਜੜ ਗਿਆ, ਪੈਸਾ ਜੋ ਵੀ ਅਸੀਂ ਅੱਜ ਤੱਕ ਕਮਾਈ ਕੀਤੀ ਸੀ ਉਹ ਉੱਜੜਦਾ ਜਾਂਦਾ, ਤੇ ਅਸੀਂ ਤਾਂ ਜਿਹੜਾ ਘਰ ਜਿਹਨੂੰ ਕਹਿੰਦੇ ਨਾ ਧੁੱਪ ਗਿਆ ਸਾਡਾ ਤਾਂ। ਪਰ ਪੇਸ਼ੈਂਟ ਠੀਕ ਵੀ ਨਹੀਂ ਹੋ ਰਿਹਾ ਤੇ ਡਾਕਟਰ ਨਿੱਕੀ ਮੋਟੀ ਦਵਾਈ ਦੇ ਨਾਲ ਇੰਜੈਕਸ਼ਨ ਲਾ ਕੇ ਮਾੜਾ ਮੋਟਾ ਉਹਨੂੰ ਰੇੜੀ ਜਾਂਦੇ ਨੇ ਪੇਸ਼ੈਂਟ ਨੂੰ। ਤਾਂ ਇਸ ਸਥਿਤੀ ਦੇ ਵਿੱਚ ਕਈ ਵਾਰੀ ਜਿਹੜਾ ਪੇਸ਼ੈਂਟ ਦੇ ਘਰ ਦੇ ਨੇ ਉਹ ਛਪੋਕਲੇ ਜਿਹੇ ਜਾ ਕੇ ਡਾਕਟਰ ਨੂੰ ਕਹਿੰਦੇ ਨੇ ਕਿ ਡਾਕਟਰ ਸਾਹਿਬ ਇਹਨੇ ਬਚਣਾ ਤੇ ਹੈ ਨਹੀਂ, ਤੇ ਤੁਸੀਂ ਹੁਣ ਇਹਦਾ ਇਲਾਜ ਬੰਦ ਕਰ ਦਿਓ। ਜਾਂ ਕਈ ਵਾਰੀ ਪੇਸ਼ੈਂਟ ਹੀ ਜਿਹੜਾ ਹੈ ਉਹ ਖੁਦ ਅਜਿਹਾ ਕਹਿ ਦਿੰਦਾ ਡਾਕਟਰ ਨੂੰ ਕਿ ਡਾਕਟਰ ਸਾਹਿਬ ਮੇਰੀ ਹਾਲਤ ਜਿਹੜੀ ਹੈ ਹੁਣ ਇਹ ਦਰਦ ਸਹਿਣ ਦੀ ਨਹੀਂ ਹੈ, ਤਾਂ ਕਿਰਪਾ ਕਰਕੇ ਬੇਸ਼ੱਕ ਮੈਨੂੰ ਤੁਸੀਂ ਜ਼ਹਿਰ ਦਾ ਟੀਕਾ ਲਾ ਦਿਓ। ਤਾਂ ਬਾਇਓ ਐਥਿਕਸ ਜਿਹੜੀ ਹੈ, ਡਾਕਟਰੀ ਨੈਤਿਕਤਾ, ਉਸ ਵੇਲੇ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਦੀ ਹੈ ਕਿ ਕੀ ਡਾਕਟਰ ਨੂੰ ਅਜਿਹੇ ਪੇਸ਼ੈਂਟ ਦੀ ਜਾਂ ਉਹਦੇ ਘਰਦਿਆਂ ਦੀ ਗੱਲ ਮੰਨ ਕੇ ਤੇ ਪੇਸ਼ੈਂਟ ਨੂੰ ਮਾਰ ਦੇਣਾ ਚਾਹੀਦਾ, ਮਰਸੀ ਕਿਲਿੰਗ ਕਰ ਦੇਣੀ ਚਾਹੀਦੀ ਹੈ, ਉਹਦੇ ਉੱਤੇ ਦਇਆ ਕਰਨੀ ਚਾਹੀਦੀ ਹੈ। ਇੱਕ ਪੱਖ ਇਹ ਕਹਿੰਦਾ ਕਿ ਇਹ ਭਲੇ ਦਾ ਕੰਮ ਹੈ, ਕਿਉਂਕਿ ਉਹਨੇ ਬਚਣਾ ਤਾਂ ਹੈ ਨਹੀਂ। ਜਦੋਂ ਬਚਣਾ ਨਹੀਂ ਤੇ ਉਹਨੂੰ ਤਕਲੀਫ ਬੜੀ ਹੋ ਰਹੀ ਹੈ, ਜਿਉਂ-ਜਿਉਂ ਅਸੀਂ ਮਾੜੀ ਮੋਟੀ ਦਵਾਈ ਦੇ ਕੇ ਉਹਨੂੰ ਬਚਾ ਰਹੇ ਹਾਂ, ਉਹਦੇ ਦਿਨ ਲੰਘਾ ਰਹੇ ਹਾਂ, ਪਰੰਤੂ ਪੇਸ਼ੈਂਟ ਜਿਹੜਾ ਬੜਾ ਆਵਾਜ਼ਾਰ ਹੈ, ਨਾ ਉਹਨੂੰ ਰਾਤ ਨੂੰ ਨੀਂਦ ਆਉਂਦੀ ਹੈ, ਸਾਰਾ ਦਿਨ ਦਰਦ ਦੇ ਨਾਲ ਉਹ ਕਰਾਂਦਾ ਰਹਿੰਦਾ, ਉਹਦੀ ਦਰਦ ਦਾ ਅਸਰ ਦੂਜੇ ਪਰਿਵਾਰ ਦੇ ਵੀ ਉਹ ਹੋ ਰਿਹਾ ਹੈ।
ਪਰਿਵਾਰ ਦਾ ਖਰਚਾ ਹੋ ਰਿਹਾ, ਪਰਿਵਾਰ ਦੀ ਆਰਥਿਕਤਾ ਜਿਹੜੀ ਹੈ ਉਹ ਮਤਲਬ ਡਗਮਗਾ ਗਈ ਹੈ ਉਹਦੇ ਇਲਾਜ ਕਰਕੇ। ਔਰ ਬਚਣਾ ਫਿਰ ਵੀ ਨਹੀਂ, ਇਹ ਗੱਲ ਡਾਕਟਰ ਵੀ ਜਾਣਦਾ ਕਿ ਅਖੀਰ ਇਹਦਾ ਅੰਜਾਮ ਜਿਹੜਾ ਰੋਗ ਲੱਗਾ ਹੋਇਆ, ਇਲਾਜ ਇਹਨੂੰ ਕੋਈ ਵੀ ਉਹਦਾ ਨਾਂ ਦੇ ਦਿਓ, ਕਿ ਬਚਣਾ ਨਹੀਂ। ਤੇ ਹੁਣ ਭਲੇ ਦਾ ਕੰਮ ਇਹ ਹੈ ਕਿ ਪਰਿਵਾਰ ਦੇ ਜਿਹੜੇ 4 ਪੈਸੇ ਬਚ ਗਏ ਨੇ ਉਹ ਬਚਾਏ ਜਾਣ, ਤੇ ਡਾਕਟਰ ਨੂੰ ਚੁੱਪ ਚੁਪੀਤੇ, ਡਾਕਟਰ ਇਹ ਸੋਚਦਾ ਕਿ ਰੋਗੀ ਨੂੰ ਚੁੱਪ ਚੁਪੀਤੇ ਜਿਹੜਾ ਉਹ ਜਾਂ ਕੋਈ ਇੰਜੈਕਸ਼ਨ ਦਿੱਤਾ ਜਾਵੇ, ਕੋਈ ਦਵਾਈ ਦਿੱਤੀ ਜਾਵੇ ਕਿ ਇਹ ਸੁਰਖਰੂ ਹੋ ਜਾਏ। ਪਰੰਤੂ ਦੂਜਾ ਪੱਖ ਦਾ ਇਹ ਹੈ ਕਿ ਡਾਕਟਰੀ ਕਰਨ ਵਾਲੇ ਬੰਦੇ ਨੂੰ ਜਿੱਦਣ ਡਿਗਰੀ ਦਿੱਤੀ ਜਾਂਦੀ ਹੈ ਉਦੋਂ ਉਹਦੇ ਕੋਲੋਂ ਇੱਕ ਓਥ ਲਈ ਜਾਂਦੀ ਹੈ, ਜਿਹਦੇ ਵਿੱਚ ਇਹ ਉਹਦੇ ਕੋਲੋਂ ਅਖਵਾਇਆ ਜਾਂਦਾ ਹੈ ਕਿ ਮੈਂ ਵਾਹ ਲੱਗਦਿਆਂ ਪੇਸ਼ੈਂਟ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ। ਤਾਂ ਸਭ ਤੋਂ ਪਹਿਲਾਂ ਤਾਂ ਉਹਦੀ ਨੈਤਿਕਤਾ ਦੇ ਉੱਤੇ ਇਹ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਕਿ ਭਾਈ ਤੂੰ ਤਾਂ ਇਹ ਪ੍ਰਣ ਕਰਕੇ ਡਿਗਰੀ ਲਈ ਸੀ ਕਿ ਮੈਂ ਪੇਸ਼ੈਂਟ ਨੂੰ ਬਚਾਵਾਂਗਾ, ਤੇ ਜੇ ਡਾਕਟਰ ਹੀ ਮਾਰਨ ਲੱਗ ਜਾਏ ਪੇਸ਼ੈਂਟ ਨੂੰ ਤੇ ਫਿਰ ਦੁਨੀਆ ਜਾਏਗੀ ਕਿੱਥੇ? ਇਹ ਪੇਸ਼ੈਂਟ ਲੋਕ ਜਿਹੜੇ ਨੇ, ਜਾਂ ਜਿਹੜੇ ਪੇਸ਼ੈਂਟ ਦੇ ਘਰ ਵਾਲੇ ਜੀ ਹੁੰਦੇ ਨੇ, ਉਹ ਡਾਕਟਰ ਦੇ ਕੋਲ ਆਉਂਦੇ ਹੀ ਤਾਂ ਨੇ ਕਿ ਉਹਨਾਂ ਨੂੰ ਆਸ ਹੁੰਦੀ ਹੈ ਕਿ ਡਾਕਟਰ ਜਿਹੜਾ ਸਾਡੇ ਪੇਸ਼ੈਂਟ ਦੀ ਹੈਲਪ ਕਰੇਗਾ। ਤੇ ਲੋਕੀ ਡਾਕਟਰ ਨੂੰ ਰੱਬ ਮੰਨਦੇ ਨੇ। ਤੇ ਮੈਡੀਕਲ ਸਾਇੰਸ ਦਾ ਫਿਰ ਇਹੋ ਜਿਹਾ ਫਿਰ ਇੱਕ ਪੱਖ ਆਉਂਦਾ ਹੈ ਜਿਹੜਾ ਨੈਤਿਕਤਾ ਦੇ ਉੱਤੇ ਡਿਸਕਸ਼ਨ ਕਰਦੇ ਨੇ। ਉਹ ਕਹਿੰਦੇ ਨੇ ਕਿ ਫਿਰ ਲੋਕਾਂ ਦਾ ਤੇ ਡਾਕਟਰ ਤੋਂ ਵਿਸ਼ਵਾਸ ਹੀ ਉੱਠ ਜਾਏਗਾ, ਫਿਰ ਉਹ ਡਾਕਟਰ ਕਾਹਦਾ ਹੋਇਆ, ਉਹ ਤੇ ਕਾਤਲ ਹੋ ਗਿਆ। ਪਰੰਤੂ ਦੂਜਾ ਪੱਖ ਇਹ ਕਹਿੰਦਾ ਕਿ ਨਹੀਂ, ਇਹ ਤਾਂ ਹੈਲਪ ਕਰਨ ਵਾਲੀ ਗੱਲ ਹੈ। ਪੇਸ਼ੈਂਟ ਬੜਾ ਦੁਖੀ ਹੈ, ਉਹ ਰੋਜ਼ ਮਰਦਾ, ਹਰ ਵੇਲੇ ਮਰ ਰਿਹਾ, ਇੰਨੀ ਦਰਦ ਹੈ ਉਹਨੂੰ, ਇੰਨੀ ਤਕਲੀਫ ਹੈ, ਔਰ ਬਚਣਾ ਉਹਨੇ ਹੈ ਨਹੀਂ, ਸਾਡੇ ਕੋਲ ਇਲਾਜ ਹੀ ਹੈ ਨਹੀਂ ਉਸ ਪੇਸ਼ੈਂਟ ਦਾ। ਤੇ ਘਰ ਦੇ ਜਿਹੜੇ ਨੇ ਵੱਖਰੇ ਦੁਖੀ ਨੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਸ ਵਿੱਚ ਟਕਰਾਉਂਦੀਆਂ ਨੇ। ਫਿਰ ਇੱਕ ਤੀਜਾ ਗਰੁੱਪ ਸਾਹਮਣੇ ਆਉਂਦਾ ਹੈ ਦੋਨਾਂ ਦੇ ਝਗੜੇ ਦੇ ਵਿੱਚ, ਉਹ ਹੈ ਧਰਮ ਸ਼ਾਸਤਰੀਆਂ ਦਾ। ਧਰਮ ਸ਼ਾਸਤਰੀ ਕਹਿੰਦੇ ਨੇ ਕਿ ਬੰਦੇ ਨੂੰ ਮਾਰਨ ਦਾ ਕੰਮ ਡਾਕਟਰ ਦਾ ਨਹੀਂ ਹੈ, ਨਾ ਹੀ ਬੰਦੇ ਦਾ। ਇਹ ਜਿਹੜਾ ਇਨਸਾਨ ਹੈ, ਉਹ ਇਹ ਕਹਿੰਦੇ ਨੇ ਧਰਮ ਸ਼ਾਸਤਰੀ ਕਿ ਇਹ ਰੱਬ ਨੇ ਬਣਾਇਆ, ਤੇ ਰੱਬ ਹੀ ਜਿਹੜਾ ਕਿਸੇ ਦੀ ਜਾਨ ਲੈ ਸਕਦਾ। ਆਮ ਕਿਸੇ ਵੀ ਹੋਰ ਬੰਦੇ ਨੂੰ ਜਿਹੜਾ ਇਹ ਹੱਕ ਹਾਸਲ ਨਹੀਂ, ਚਾਹੇ ਉਹ ਡਾਕਟਰ ਹੈ, ਚਾਹੇ ਉਹ ਕੋਈ ਵੀ ਹੈ, ਕਿ ਉਹ ਦੂਜੇ ਬੰਦੇ ਦੀ ਜਾਨ ਲੈ ਲਵੇ। ਉਹ ਇਹ ਕਹਿੰਦੇ ਨੇ ਕਿ ਇਹਦੇ 'ਚ 2 ਕਾਰਨ ਉਹ ਦਿੰਦੇ ਨੇ। ਪਹਿਲਾ ਕਾਰਨ ਉਹ ਇਹ ਕਹਿੰਦੇ ਨੇ ਕਿ ਇਹ ਕੀ ਪਤਾ ਜਿਹੜਾ ਦੁੱਖ ਪਾ ਰਿਹਾ ਹੈ, ਇਹ ਆਪਣੇ ਕਰਮਾਂ ਦਾ ਦੁੱਖ ਜਾਂ ਸਜ਼ਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦਾ ਫਲ ਉਹਨੂੰ ਮਿਲ ਰਿਹਾ, ਔਰ ਉਹਦਾ ਭੁਗਤਣਾ ਜਿਹੜਾ ਬੜਾ ਜ਼ਰੂਰੀ ਹੈ ਇਹ ਬੰਦੇ ਵਾਸਤੇ, ਕਿਉਂਕਿ ਇਹਨੇ ਕੋਈ ਕਰਮ ਇਹੋ ਜਿਹੇ ਕੀਤੇ ਹੋਣਗੇ ਕਿ ਜਿਹੜਾ ਇਹਦਾ ਭੁਗਤਾਨ ਇਹਨੂੰ ਜੇ ਇੱਥੇ ਹੀ ਕਰ ਲਏਗਾ ਤੇ ਫਿਰ ਅਗਲੀ ਦਰਗਾਹ 'ਚ ਇਹ ਸੁਰਖਰੂ ਹੋ ਜਾਏਗਾ ਜਾ ਕੇ ਮਰਨ ਤੋਂ ਬਾਅਦ। ਪਰੰਤੂ ਜੇ ਇਹਨੇ ਇੱਥੇ ਇਹ ਦੁੱਖ ਨਾ ਪਾਏ, ਇਹਦੀ ਸਜ਼ਾ ਜਿਹੜੇ ਇਹਨੇ ਕੋਈ ਕਰਮ ਕੀਤੇ ਨੇ ਗੁਪਤ ਰੂਪ ਵਿੱਚ, ਉਹਦੀ ਸਜ਼ਾ ਇਹਨੇ ਇੱਥੇ ਪ੍ਰਾਪਤ ਨਾ ਕੀਤੀ ਰੋਗ ਦੇ ਰੂਪ ਵਿੱਚ, ਤਾਂ ਮਰਨ ਤੋਂ ਬਾਅਦ ਜਿਹੜੀ ਸਜ਼ਾ ਮਿਲਣੀ ਹੈ ਉਹ ਤਾਂ ਬਹੁਤ ਹੀ ਭਿਆਨਕ ਹੈ। ਇਹ ਤੇ ਉਹਦੇ ਮੁਕਾਬਲੇ ਤੇ ਕੁਛ ਵੀ ਨਹੀਂ। ਦੁਨਿਆਵੀ ਸਜ਼ਾ ਜਿਹੜਾ ਰੋਗ ਹੈ, ਇਹ ਕੋਈ ਬਹੁਤੀ ਵੱਡੀ ਸਜ਼ਾ ਨਹੀਂ ਉਹਨਾਂ ਦੇ ਮੁਤਾਬਕ। ਪਿੱਛੇ ਜੀ ਮੈਨੂੰ ਯਾਦ ਆਇਆ ਕਿ ਰਾਧਾ ਸੁਆਮੀ ਸਤਸੰਗ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਜੀ ਨੂੰ ਕੈਂਸਰ ਹੋ ਗਿਆ ਸੀ, ਕੁਝ ਸਾਲ ਪਹਿਲਾਂ ਦੀ ਗੱਲ ਹੈ। ਤੇ ਉਹਨਾਂ ਦਾ ਜਿਹੜਾ ਇਹ ਰੋਗ ਸੀ ਬਹੁਤ ਭਿਆਨਕ ਜਿਹੜਾ ਰੂਪ ਧਾਰਨ ਕਰ ਗਿਆ ਸੀ, ਔਰ ਉਹਨਾਂ ਦੇ ਸਿਰ ਦੇ ਵਾਲ, ਦਾੜੀ ਦੇ ਵਾਲ ਸਾਰੇ ਝੜ ਗਏ। ਤੇ ਉਹਨਾਂ ਦੇ ਚੇਲੇ ਚਾਟੜੇ ਜਿਹੜੇ ਸੀ ਉਹ ਇਹ ਗੱਲ ਕਹਿੰਦੇ ਸੁਣੇ ਗਏ ਸੀ ਕਿ ਸਾਡੇ ਬਾਬਾ ਜੀ ਨੇ ਇਹ ਗੱਲ ਕਹੀ ਹੈ ਕਿ ਇਹ ਮੈਂ ਕਰਮਾਂ ਦਾ ਕੋਈ ਲੇਖਾ ਦੇਖਾ ਦੇ ਰਿਹਾ ਮੈਂ। ਤੋ ਜਿਹੜੇ ਲੇਖੇ ਇੱਥੇ ਦੇ ਦਿੰਦੇ ਨੇ, ਧਾਰਮਿਕ ਦੁਨੀਆ ਦੇ ਲੋਕ ਇੱਦਾਂ ਕਹਿੰਦੇ ਨੇ ਕਿ ਉਹ ਚੰਗਾ ਰਹਿੰਦਾ ਬੰਦਾ, ਜਿਹੜਾ ਮਰਨ ਤੋਂ ਬਾਅਦ ਜਿਹੜੀ ਸਜ਼ਾ ਹੁੰਦੀ ਹੈ ਉਹਦੇ ਤੋਂ ਬਚਾਅ ਹੋ ਜਾਂਦਾ ਹੈ। ਤੇ ਇਹ ਵੀ ਰੱਬ ਦੀ ਕਿਰਪਾ ਹੈ ਕਿ ਰੱਬ ਜਿਹੜਾ ਹੈ ਨਾ, ਉਹ ਦੁੱਖ ਦੇ ਕੇ ਤੇ ਇੱਥੇ ਹੀ ਨਿਪਟਾਰਾ ਕਰ ਦਿੰਦਾ। ਦੁੱਖ ਦਾਰੂ ਸੁਖ ਰੋਗ ਪਿਆ, ਉਹ ਜੋ ਦੁੱਖ ਦਾਰੂ ਸੁਖ ਰੋਗ ਪਿਆ, ਬਾਣੀ ਵੀ ਕਹਿੰਦੀ ਹੈ।
ਦੂਜਾ ਕਾਰਨ ਜਿਹੜਾ ਉਹ ਦਿੰਦੇ ਨੇ, ਉਹ ਇਹ ਕਹਿੰਦੇ ਨੇ ਕਿ ਵੇਖੋ ਕਈ ਵਾਰੀ ਚਮਤਕਾਰ ਵੀ ਹੁੰਦੇ ਨੇ ਦੁਨੀਆ ਦੇ ਵਿੱਚ। ਚਮਤਕਾਰ ਕਿਸ ਤਰ੍ਹਾਂ ਦੇ? ਕਿ ਕਈ ਬੰਦੇ ਬੜੇ ਭੈੜੇ ਤਰੀਕੇ ਨਾਲ ਬਿਮਾਰ ਹੁੰਦੇ ਆ, ਪਰੰਤੂ ਅਚਾਨਕ ਉਹਨਾਂ ਨੂੰ ਕੋਈ ਨਾ ਕੋਈ ਇਹੋ ਜਿਹੀ ਜਿਹੜੀ ਚੀਜ਼ ਹੈ ਉਹਨਾਂ ਦੇ ਵਿੱਚ ਪਰਿਵਰਤਨ ਆਉਂਦਾ ਕਿ ਉਹ ਰਿਸ਼ਟ ਪੁਸ਼ਟ ਹੋ ਜਾਂਦੇ ਨੇ ਪੂਰੀ ਤਰ੍ਹਾਂ। ਕੋਈ ਬੰਦਾ ਬਾਅਦ 'ਚ ਉਹਨਾਂ ਨੂੰ ਪਛਾਣ ਨਹੀਂ ਸਕਦਾ ਕਿ ਇਹ ਬੰਦੇ ਨੂੰ ਪਹਿਲਾਂ ਇਹੋ ਜਿਹਾ ਰੋਗ ਸੀ। ਤਾਂ ਉਹ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਪਰਮਾਤਮਾ ਨੇ ਉਸ ਰੋਗ ਦੇ ਮਾਧਿਅਮ ਰਾਹੀਂ ਕੋਈ ਆਪਣਾ ਦੈਵੀ ਚਮਤਕਾਰ ਕਰਕੇ ਦੁਨੀਆ ਨੂੰ ਦਿਖਾਉਣਾ ਹੋਵੇ। ਤੇ ਜੇ ਅਸੀਂ ਪੇਸ਼ੈਂਟ ਨੂੰ ਮਾਰ ਹੀ ਦਿੰਦੇ ਹਾਂ ਤੇ ਇਹ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ। ਤੇ ਇਹ ਸਾਨੂੰ ਕੰਮ ਡਾਕਟਰ ਨੂੰ ਜਿਹੜਾ ਪੇਸ਼ੈਂਟ ਨੂੰ ਮਾਰਨ ਦਾ ਕਦੇ ਵੀ ਕਿਸੇ ਰੂਪ 'ਚ ਨਹੀਂ ਕਰਨਾ ਚਾਹੀਦਾ। ਪਰੰਤੂ ਦੂਜੇ ਪਾਸੇ ਇਸ ਮੱਤ ਦੇ ਜਿਹੜੇ ਪੱਖੀ ਨੇ, ਜਿਹੜੇ ਕਹਿੰਦੇ ਨੇ ਕਿ ਨਹੀਂ, ਜੇ ਪੇਸ਼ੈਂਟ ਬਹੁਤ ਦੁਖੀ ਹੈ ਤੇ ਉਹਦਾ ਇਲਾਜ ਸਾਨੂੰ ਲੱਗ ਰਿਹਾ ਕਿ ਨਹੀਂ ਹੋ ਸਕਣਾ, ਤਾਂ ਉਹਦੀ ਹੈਲਪ ਕਰਨੀ ਚਾਹੀਦੀ ਹੈ ਤਾਂ ਕਿ ਉਹ ਹੋਰ ਦੁੱਖ ਨਾ ਪਾਵੇ। ਜੈਨੀਆਂ ਦੇ ਵਿੱਚ ਅਜਿਹੀ ਪ੍ਰਥਾ ਰਹੀ ਹੈ, ਅਜੇ ਵੀ ਹੈ, ਕਿ ਉਹਨਾਂ ਦੇ ਵਿੱਚ ਇੱਕ ਸੰਥਾਰਾ ਸ਼ਬਦ ਵਰਤਿਆ ਜਾਂਦਾ ਹੈ। ਸੰਥਾਰਾ ਇੱਕ ਕਿਸਮ ਦੀ ਸੁਸਾਈਡ ਹੁੰਦੀ ਹੈ, ਪਰੰਤੂ ਸਲੋ ਸੁਸਾਈਡ ਹੁੰਦੀ ਹੈ। ਉਹਦੇ ਵਿੱਚ ਜਿਹੜੇ ਇੱਕ ਸਟੇਜ ਦੇ ਉੱਤੇ ਬਜ਼ੁਰਗ ਬੰਦੇ ਹੁੰਦੇ ਨੇ, ਜਦੋਂ ਉਹ ਸੋਚ ਲੈਂਦੇ ਨੇ ਕਿ ਅਸੀਂ ਸਾਰੇ ਸਾਡੇ ਫਰਜ਼ ਪੂਰੇ ਹੋ ਗਏ ਨੇ, ਹੁਣ ਪਰਿਵਾਰ ਆਪਣੇ ਤਰੀਕੇ ਨਾਲ ਰਹਿਣ ਲੱਗ ਪਿਆ, ਸਾਡੀ ਹੁਣ ਕੋਈ ਜ਼ਿੰਮੇਵਾਰੀ ਨਹੀਂ ਰਹੀ, ਤਾਂ ਫਿਰ ਉਹ ਵਿਲਿੰਗਲੀ ਜਿਹੜੇ ਨੇ ਉਹ ਖਾਣਾ ਪੀਣਾ ਛੱਡ ਦਿੰਦੇ ਨੇ, ਹੌਲੀ ਹੌਲੀ ਛੱਡਦੇ ਨੇ। ਪਹਿਲਾਂ ਦਿਨ 'ਚ ਇੱਕ ਵਾਰੀ ਲੈਣਗੇ, ਫਿਰ 2 ਦਿਨਾਂ 'ਚ ਇੱਕ ਵਾਰੀ ਲੈਣਗੇ, ਫਿਰ 3 ਦਿਨਾਂ 'ਚ ਇੱਕ ਵਾਰੀ ਲੈਣਗੇ, ਫਿਰ ਪਾਣੀ ਵੀ ਛੱਡ ਦੇਣਗੇ। ਅਤੇ ਫਿਰ ਉਹ ਸਰੀਰ ਇੰਨਾ ਕਮਜ਼ੋਰ ਹੋ ਜਾਂਦਾ ਕੁਝ ਹੀ ਦਿਨਾਂ ਦੇ ਵਿੱਚ ਕਿ ਉਹ ਬੈੱਡ ਦੇ ਉੱਤੇ ਜਿਹੜਾ ਉਹ ਪੈ ਜਾਂਦੇ ਨੇ, ਔਰ ਕੁਝ ਵੀ ਉਹਨੂੰ ਚੇਤਨ ਹੁੰਦੇ ਨੇ ਦਿਮਾਗੀ ਤੌਰ 'ਤੇ, ਉਹ ਖਾਣ ਪੀਣ ਤੋਂ ਜਿਹੜਾ ਇਨਕਾਰ ਕਰ ਦਿੰਦੇ ਨੇ, ਉਹਨਾਂ ਦਾ ਸਰੀਰ ਐਕਸੈਪਟ ਨਹੀਂ ਕਰਦਾ, ਔਰ ਕੁਝ ਦਿਨਾਂ ਬਾਅਦ ਜਿਹੜੀ ਹੈ ਉਹਨਾਂ ਦੀ ਨੈਚੁਰਲ ਰੂਪ ਵਿੱਚ ਡੈਥ ਹੋ ਜਾਂਦੀ। ਨੈਚੁਰਲ ਤਾਂ ਨਹੀਂ ਕਿਹਾ ਜਾ ਸਕਦਾ, ਇਹ ਹੈ ਤਾਂ ਸੁਸਾਈਡ ਟਾਈਪ ਹੀ ਹੈ। ਤੋ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ, ਜਿਹੜੇ ਕਹਿੰਦੇ ਨੇ ਕਿ ਪੇਸ਼ੈਂਟ ਦੀ ਹੈਲਪ ਕਰਨੀ ਚਾਹੀਦੀ ਹੈ, ਜੇ ਸਾਨੂੰ ਲੱਗ ਰਿਹਾ ਕਿ ਉਹ ਬੜਾ ਦੁੱਖ ਪਾ ਰਿਹਾ ਅਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਆਰਥਿਕ ਨੁਕਸਾਨ ਹੋ ਚੁੱਕਿਆ ਬਹੁਤ ਜ਼ਿਆਦਾ, ਔਰ ਪਰਿਵਾਰ ਜਿਹੜਾ ਉਹਦੇ ਵਿੱਚ ਵੱਖਰੀ ਅਸ਼ਾਂਤੀ ਹੈ ਉਹਦੇ ਕਰਕੇ, ਤਾਂ ਉਹ ਇਹ ਕਹਿੰਦੇ ਨੇ ਕਿ ਦੇਖੋ ਜਿਹੜਾ ਬੰਦੇ ਨੂੰ ਅਧਿਕਾਰ ਹੋਣਾ ਚਾਹੀਦਾ ਆਪਣੇ ਜੀਵਨ ਦਾ। ਸਭ ਤੋਂ ਵੱਡਾ ਨੁਕਤਾ ਡਾਕਟਰੀ ਨੈਤਿਕਤਾ ਦੇ ਵਿੱਚ ਇਹ ਆਉਂਦਾ ਹੈ। ਜਿਹੜੇ ਅੱਜ ਕੱਲ੍ਹ ਦੇ ਮਾਨਵਵਾਦੀ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਮਨੁੱਖ ਦੇ ਉੱਤੇ ਇਹ ਜ਼ਿੰਮੇਵਾਰੀ ਮਤਲਬ ਅਧਿਕਾਰ ਦੇ ਰੂਪ ਵਿੱਚ ਹੈ ਕਿ ਜੇ ਉਹਨੇ ਜਿਉਣਾ ਤੇ ਆਪਣੀ ਉਹਦੀ ਮਰਜ਼ੀ ਹੋਣੀ ਚਾਹੀਦੀ ਹੈ। ਹਾਲਾਂਕਿ ਸਾਰੇ ਧਰਮਾਂ ਨੇ ਲਗਭਗ ਆਤਮ ਹੱਤਿਆ ਦਾ ਵਿਰੋਧ ਕੀਤਾ। ਉਹ ਕਹਿੰਦੇ ਨੇ ਕਿ ਆਤਮ ਹੱਤਿਆ ਰੱਬ ਦੇ ਕਾਨੂੰਨ ਦੇ ਖਿਲਾਫ ਹੈ, ਪਰੰਤੂ ਨਹੀਂ, ਜਿਹੜੇ ਮਾਨਵਵਾਦੀ ਨੇ ਕੁਛ, ਉਹ ਇਹ ਕਹਿੰਦੇ ਨੇ ਕਿ ਨਹੀਂ, ਜੇ ਮਨੁੱਖ ਨਹੀਂ ਜਿਉਣਾ ਚਾਹੁੰਦਾ ਤਾਂ ਉਹਨੂੰ ਅਧਿਕਾਰ ਹੋਣਾ ਚਾਹੀਦਾ ਆਪਣੀ ਜ਼ਿੰਦਗੀ ਦਾ ਡਿਸਾਈਡ ਕਰਨ ਦਾ। ਤੋ ਇਸ ਤਰ੍ਹਾਂ ਦੀ ਇਹ ਬੜੀ ਰੋਚਕ ਡਿਸਕਸ਼ਨ ਜਿਹੜੀ ਹੈ ਡਾਕਟਰੀ ਨੈਤਿਕਤਾ ਦੀ ਚੱਲਦੀ ਹੈ। ਇਹਦੇ ਹੋਰ ਕੁਝ ਵਿਸ਼ੇ ਨੇ ਜਿਹੜੇ ਅਸੀਂ ਅਗਲੀ ਵੀਡੀਓ 'ਚ ਲਵਾਂਗੇ, ਪਰੰਤੂ ਤੁਸੀਂ ਕਮੈਂਟ ਕਰਕੇ ਇਹ ਜ਼ਰੂਰ ਦੱਸਣਾ ਕਿ ਜਿਹੜਾ ਯੂਥਨੇਸ਼ੀਆ ਮਰਸੀ ਕਿਲਿੰਗ ਹੈ ਉਹ ਤੁਹਾਡੇ ਮਤ ਅਨੁਸਾਰ ਜਿਹੜੀ ਹੈ ਅਲਾਓ ਕਰਨੀ ਚਾਹੀਦੀ ਹੈ ਜਾਂ ਨਹੀਂ। ਥੈਂਕ ਯੂ।